ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ 7ਵੀਂ ਜਮਾਤ ਦਾ ਇੱਕ ਹੋਰ ਤੀਸਰਾ ਅਧਿਆਇ ਪੜ੍ਹਾਈ ਅਤੇ ਖੇਡਾਂ ਬਾਰੇ ਪੜ੍ਹਾਂਗੇ। ਤੁਹਾਨੂੰ ਪਤਾ ਹੈ ਕਿ ਸਾਨੂੰ ਪੜ੍ਹਾਈ ਦੇ ਨਾਲ ਨਾਲ ਖੇਡਾਂ ਵੀ ਖੇਡਣੀਆਂ ਬਹੁਤ ਜ਼ਰੂਰੀ ਹਨ, ਕਿਉਂਕਿ ਇਹੀ ਸਾਡੀ ਤੰਦਰੁਸਤੀ ਦਾ ਰਾਜ਼ ਹੁੰਦੀਆਂ ਹਨ। ਜੇ ਅਸੀਂ 24 ਘੰਟੇ ਪੜ੍ਹਾਈ ਦੇ ਵਿੱਚ ਹੀ ਖੁੱਬੇ ਰਹਾਂਗੇ ਤਾਂ ਅਸੀਂ ਆਪਣੀ ਸਿਹਤ ਨੂੰ ਖਰਾਬ ਕਰ ਸਕਦੇ ਹਾਂ। ਇਹ ਜੋ ਲੈਸਨ ਹੈ, ਇਸ ਪਾਠ ਦੇ ਵਿੱਚ ਤੁਸੀਂ ਦੇਖੋ ਕਿ ਦੋ ਭਰਾ ਨੇ, ਇੱਕ ਵੱਡਾ ਅਤੇ ਇੱਕ ਛੋਟਾ। ਜੋ ਵੱਡਾ ਵੀਰ ਹੈ ਉਹ ਆਪਣੇ ਛੋਟੇ ਭਰਾ ਦੀ ਸਿਹਤ ਖਰਾਬ ਹੋਣ ਕਰਕੇ ਥੋੜ੍ਹਾ ਚਿੰਤਿਤ ਹੈ ਅਤੇ ਉਹ ਆਪਣੇ ਭਰਾ ਨੂੰ ਕੀ ਕਹਿੰਦਾ ਹੈ, ਤਾਂ ਇਹ ਆਪਾਂ ਦੇਖਦੇ ਹਾਂ। ਜਦੋਂ ਤੋਂ ਕੰਵਰ ਨੇ ਚਿੱਠੀ ਵਿੱਚ ਪੜ੍ਹਿਆ ਸੀ ਕਿ ਉਸ ਦੇ ਛੋਟੇ ਵੀਰ ਵਿਸ਼ਾਲ ਦੀ ਸਿਹਤ ਕਮਜ਼ੋਰ ਹੋ ਗਈ ਹੈ, ਉਸ ਦੇ ਨਜ਼ਰ ਦੀ ਐਨਕ ਲੱਗ ਗਈ ਹੈ, ਉਸ ਦਾ ਚਿਹਰਾ ਪੀਲਾ ਭੂਖ ਹੋ ਗਿਆ ਹੈ, ਉਸ ਵੇਲੇ ਤੋਂ ਉਹ ਬਹੁਤ ਚਿੰਤਾ ਵਿੱਚ ਡੁੱਬਿਆ ਹੋਇਆ ਸੀ। ਮਤਲਬ ਇੱਕ ਵੱਡਾ ਭਰਾ ਆਪਣੇ ਛੋਟੇ ਭਰਾ ਦੀ ਸਿਹਤ ਖਰਾਬ ਹੋਣ ਕਰਕੇ, ਉਸ ਦੀ ਸਿਹਤ ਦੀ ਕਮਜ਼ੋਰੀ ਕਰਕੇ ਬਹੁਤ ਚਿੰਤਿਤ ਹੈ ਅਤੇ ਉਸ ਨੂੰ ਚਿੱਠੀ ਜਦੋਂ ਉਸਨੇ ਪੜ੍ਹੀ ਉਸਦੇ ਘਰਦਿਆਂ ਦੁਆਰਾ ਲਿਖੀ ਹੋਈ ਤਾਂ ਉਹ ਬੜਾ ਚਿੰਤਿਤ ਹੋਇਆ। ਤਾਂ ਉਹਦੇ ਵਿੱਚ ਉਸਨੇ ਦੇਖਿਆ ਕਿ ਉਸਦੇ ਭਰਾ ਦਾ ਜਿਹੜਾ ਚਿਹਰਾ ਹੈ ਉਹ ਪੀਲਾ ਭੂਖ ਹੋ ਗਿਆ, ਮਤਲਬ ਬਹੁਤ ਹੀ ਕਮਜ਼ੋਰ ਹੋ ਗਿਆ ਹੈ। ਉਸਦਾ ਉਹ ਛੋਟਾ ਵੀਰ, ਜਿਸ ਤੋਂ ਟੱਬਰ ਨੂੰ ਬਹੁਤ ਆਸਾਂ ਉਮੀਦਾਂ ਸਨ, ਬਾਰੇ ਸੁਣ ਕੇ ਉਹ ਜਿਵੇਂ ਪਾਣੀ ਵਿੱਚ ਹੀ ਬੈਠ ਗਿਆ। ਟੱਬਰ ਦਾ ਮਤਲਬ ਹੁੰਦਾ ਪਰਿਵਾਰ, ਜੋ ਆਪਣੀ ਫੈਮਿਲੀ, ਅਤੇ ਪਾਣੀ ਵਿੱਚ ਹੀ ਬੈਠ ਗਿਆ ਮਤਲਬ ਬਹੁਤ ਹੀ ਦੁਖੀ ਹੋ ਗਿਆ ਕਿ ਇਹ ਗੱਲ ਸੁਣ ਕੇ ਕਿ ਉਸਦਾ ਜੋ ਛੋਟਾ ਭਰਾ ਹੈ ਉਸਦੀ ਸਿਹਤ ਦਿਨੋਂ ਦਿਨ ਵਿਗੜ ਰਹੀ ਹੈ। ਇਹ ਸਭ ਕੁਝ ਪੜ੍ਹ ਕੇ ਉਹ ਬਹੁਤ ਚਿੰਤਿਤ ਸੀ। ਉਸਦੀ ਸਿਹਤ ਦੀ ਕਮਜ਼ੋਰੀ ਦਾ ਕਾਰਨ ਵੀ ਉਹ ਜਾਣਦਾ ਸੀ। ਉਹ ਇਹ ਸੀ ਕਿ ਉਸਦਾ ਹਮੇਸ਼ਾ ਕਿਤਾਬੀ ਕੀੜੇ ਵਾਂਗ ਪੜ੍ਹਦੇ ਰਹਿਣਾ। ਮਤਲਬ ਉਸਨੂੰ ਆਪਣੇ ਭਰਾ ਦੀ ਕਮਜ਼ੋਰੀ ਜੋ ਆ ਰਹੀ ਸੀ ਦਿਨ ਬ ਦਿਨ, ਉਸ ਦੇ ਬਾਰੇ ਵਿੱਚ ਪਤਾ ਸੀ ਕਿ ਉਹ 24 ਘੰਟੇ ਕਿਤਾਬਾਂ ਵਿੱਚ ਖੁੱਭਿਆ ਰਹਿੰਦਾ ਹੈ ਅਤੇ ਹੋਰ ਕਿਸੇ ਕੰਮ ਵੱਲ ਧਿਆਨ ਨਹੀਂ ਦਿੰਦਾ, ਮਤਲਬ ਨਾ ਖੇਡਾਂ ਵੱਲ ਨਾ ਕੋਈ ਹੋਰ ਚੀਜ਼ ਵੱਲ। ਤਾਂ ਇਸ ਕਰਕੇ ਉਹ ਦਿਨੋਂ ਦਿਨ ਕਮਜ਼ੋਰ ਹੁੰਦਾ ਜਾ ਰਿਹਾ। ਤਾਂ ਪੜ੍ਹ ਕੇ ਉਸਦੀ ਨਜ਼ਰ ਵੀ ਕਮਜ਼ੋਰ ਹੋ ਗਈ ਸੀ, ਦਿਮਾਗੀ ਤੌਰ ਉੱਤੇ ਵੀ ਉਹ ਬਹੁਤ ਕਮਜ਼ੋਰ ਹੋ ਗਿਆ ਸੀ। ਤਾਂ ਮਤਲਬ ਉਸਨੂੰ ਇਹ ਚਿੰਤਾ ਸਤਾ ਰਹੀ ਹੈ। ਕੰਵਰ ਇੱਕ ਫੌਜੀ ਸੀ। 5 ਸਾਲਾਂ ਤੋਂ ਉਹ ਭਾਰਤੀ ਫੌਜ ਦੀ ਸੇਵਾ ਕਰ ਰਿਹਾ ਸੀ, ਜਿਸ ਜ਼ਿਆਦਾ ਨਾ ਪੜ੍ਹਨ ਲਿਖਣ ਕਰਕੇ ਉਹ ਫੌਜ ਵਿੱਚ ਸਿਪਾਹੀ ਭਰਤੀ ਹੋਇਆ ਸੀ ਅਤੇ ਹਾਲੇ ਵੀ ਸਿਪਾਹੀ ਹੀ ਸੀ। ਮਤਲਬ ਜੋ ਉਸਦਾ ਇਹ ਵੱਡਾ ਵੀਰ ਹੈ ਕੰਵਰ, ਉਹ ਇੱਕ ਫੌਜੀ ਹੈ, ਫੌਜ ਦੇ ਵਿੱਚ ਭਰਤੀ ਹੈ, ਫੌਜ ਦੇ ਵਿੱਚ ਸਿਪਾਹੀ ਭਰਤੀ ਹੋਇਆ ਸੀ, ਕਿਉਂਕਿ ਉਹ ਬਹੁਤਾ ਪੜ੍ਹ ਲਿਖ ਨਹੀਂ ਸਕਿਆ ਸੀ ਅਤੇ ਹਾਲੇ ਵੀ ਉਹ ਸਿਪਾਹੀ ਹੀ ਸੀ। ਵਿਸ਼ਾਲ ਉਸ ਤੋਂ 5 ਸਾਲ ਛੋਟਾ ਸੀ। ਮਤਲਬ ਜੋ ਉਸਦਾ ਛੋਟਾ ਭਰਾ ਹੈ, ਵਿਸ਼ਾਲ ਹੈ ਉਸਦਾ ਨਾਮ, ਉਸ ਤੋਂ 5 ਸਾਲ ਛੋਟਾ ਸੀ। ਉਹ ਇਸ ਵੇਲੇ 10ਵੀਂ ਜਮਾਤ ਵਿੱਚ ਪੜ੍ਹਦਾ ਸੀ ਅਤੇ 8ਵੀਂ ਤੱਕ ਤਾਂ ਉਹ ਹਰ ਜਮਾਤ ਵਿੱਚੋਂ ਫਸਟ ਆਉਂਦਾ ਰਿਹਾ। ਉਸਦੀ ਸਿਹਤ ਵੀ ਚੰਗੀ ਰਹੀ। ਜਿਉਂ ਹੀ ਉਹ 9ਵੀਂ ਵਿੱਚ ਹੋਇਆ ਤਾਂ ਉਹ ਪੜ੍ਹਾਈ ਵਿੱਚ ਪਿੱਛੇ ਰਹਿ ਗਿਆ ਸੀ ਅਤੇ ਸਿਹਤ ਪੱਖੋਂ ਵੀ ਕਮਜ਼ੋਰ ਹੋ ਗਿਆ ਸੀ। ਮਤਲਬ ਇਸ ਟਾਈਮ ਉਹ ਬੱਚਾ ਵਿਸ਼ਾਲ ਜੋ ਹੈ ਉਸਦਾ ਭਰਾ, ਉਹ 10ਵੀਂ ਵਿੱਚ ਹੈ, ਪਰ ਜਦੋਂ ਉਹ 9ਵੀਂ ਵਿੱਚ ਸੀ ਉਦੋਂ ਤੋਂ ਹੀ ਉਸਦੀ ਸਿਹਤ ਜੋ ਹੈ ਉਹ ਖਰਾਬ ਹੋਣੀ ਸ਼ੁਰੂ ਹੋ ਗਈ ਸੀ ਅਤੇ ਉਹ ਪੜ੍ਹਾਈ ਦੇ ਵਿੱਚ ਵੀ, ਸਿਹਤ ਦੇ ਨਾਲ ਨਾਲ ਉਹ ਪੜ੍ਹਾਈ ਵਿੱਚ ਵੀ ਕਮਜ਼ੋਰ ਹੋ ਗਿਆ ਸੀ। ਤਾਂ ਇੱਕ ਦਿਨ ਕੰਵਰ ਨੇ ਕਾਗਜ਼ ਪੈਨ ਫੜਿਆ ਅਤੇ ਵਿਸ਼ਾਲ ਨੂੰ ਚਿੱਠੀ ਲਿਖਣ ਲੱਗਾ। ਮਤਲਬ ਹੁਣ ਉਸਨੇ ਸੋਚਿਆ ਕਿ ਮੈਂ ਆਪਣੇ ਭਰਾ ਨੂੰ ਚਿੱਠੀ ਲਿਖ ਕੇ ਇਹ ਸਾਰੀਆਂ ਗੱਲਾਂ ਦੇ ਬਾਰੇ ਸੁਚੇਤ ਕਰਦਾ ਹਾਂ। ਉਸਨੇ ਲਿਖਿਆ ਕਿ ਪਿਆਰੇ ਵਿਸ਼ਾਲ, ਜਦੋਂ ਚਿੱਠੀ ਵਿੱਚ ਮੈਂ ਤੇਰੀ ਕਮਜ਼ੋਰ ਸਿਹਤ ਬਾਰੇ ਪੜ੍ਹਿਆ ਤਾਂ ਬਹੁਤ ਦੁੱਖ ਹੋਇਆ। ਇਸ ਦਾ ਕਾਰਨ ਵੀ ਮੰਮੀ ਜੀ ਨੇ ਲਿਖਿਆ ਹੈ, ਤੇਰਾ ਹਮੇਸ਼ਾ ਪੜ੍ਹਦੇ ਰਹਿਣਾ। ਮਤਲਬ ਉਹ ਚਿੱਠੀ ਵਿੱਚ ਲਿਖ ਰਿਹਾ ਹੈ ਕਿ ਮੈਨੂੰ ਮਦਰ ਤੋਂ ਜੋ ਚਿੱਠੀ ਪ੍ਰਾਪਤ ਹੋਈ ਹੈ ਉਸ ਦੇ ਵਿੱਚ ਤੇਰੀ ਸਿਹਤ ਜੋ ਖਰਾਬ ਹੋ ਰਹੀ ਹੈ ਉਸ ਦਾ ਕਾਰਨ ਵੀ ਲਿਖਿਆ ਹੋਇਆ ਹੈ। ਦੱਸਿਆ ਗਿਆ ਹੈ ਕਿ ਤੂੰ ਹਮੇਸ਼ਾ ਪੜ੍ਹਦਾ ਰਹਿਣਾ ਹੈ ਅਤੇ ਖਾਣ ਪੀਣ ਦੀ ਪਰਵਾਹ ਨਾ ਕਰਨਾ ਅਤੇ ਖੇਡਾਂ ਵੱਲ ਬਿਲਕੁਲ ਧਿਆਨ ਨਾ ਦੇਣਾ। ਮਤਲਬ ਨਾ ਤਾਂ ਤੂੰ ਆਪਣੇ ਖਾਣ ਦੀ ਚਿੰਤਾ ਕਰਦਾ ਹੈ, ਨਾ ਤੂੰ ਖੇਡਾਂ ਵੱਲ ਧਿਆਨ ਦਿੰਦਾ ਹੈ, ਬਸ ਸਿਰਫ ਕਿਤਾਬਾਂ ਅਤੇ ਕਿਤਾਬਾਂ ਵਿੱਚ ਹੀ ਖੁੱਭਿਆ ਰਹਿਣਾ ਹੈ। ਮੈਂ ਇਹ ਪੜ੍ਹ ਕੇ ਹੈਰਾਨ ਹੀ ਰਹਿ ਗਿਆ ਕਿ ਇੰਨੀ ਸੋਹਣੀ ਸਿਹਤ ਵਾਲਾ ਮੁੰਡਾ ਕਮਜ਼ੋਰ ਕਿਵੇਂ ਹੋ ਗਿਆ। ਮਤਲਬ ਉਸ ਨੂੰ ਇਹ ਬੜੀ ਹੈਰਾਨੀ ਹੋਈ ਕਿ ਮੇਰਾ ਇੱਕ ਤੰਦਰੁਸਤ ਭਰਾ ਹੈ ਜੋ ਉਹ ਇੰਨਾ ਵੀਕ ਕਿਵੇਂ ਹੋ ਗਿਆ। ਮੇਰੇ ਵੀਰ, ਪੜ੍ਹਾਈ ਜ਼ਿੰਦਗੀ ਵਿੱਚ ਅੱਗੇ ਵਧਣ ਲਈ ਬਹੁਤ ਜ਼ਰੂਰੀ ਹੈ, ਪਰ ਉਹ ਪੜ੍ਹਾਈ ਕਾਹਦੀ ਜਿਹੜੀ ਹੱਡਾਂ ਦਾ ਹੀ ਖੋਹ ਬਣ ਜਾਵੇ। ਮਤਲਬ ਹੱਡਾਂ ਦਾ ਖੋਹ ਬਣ ਜਾਣਾ ਮਤਲਬ ਕਿ ਪਰੇਸ਼ਾਨੀ, ਜਿਸ ਤੋਂ ਸਾਨੂੰ ਪਰੇਸ਼ਾਨੀ ਹੋਣ ਲੱਗ ਜਾਵੇ ਜਾਂ ਜੋ ਸਾਡੇ ਪਰੇਸ਼ਾਨੀ ਦਾ ਕਾਰਨ ਬਣ ਜਾਏ। ਮਤਲਬ ਪੜ੍ਹਾਈ ਜ਼ਰੂਰੀ ਹੈ ਪਰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਲਈ, ਪਰ ਉਹ ਇਹੋ ਜਿਹੀ ਪੜ੍ਹਾਈ ਨੂੰ ਕੀ ਕਰਨਾ ਜਿਹੜੀ ਸਾਡੇ ਪਰੇਸ਼ਾਨੀ ਦਾ ਕਾਰਨ ਬਣ ਜਾਵੇ, ਜਿਹੜੀ ਸਾਡੇ ਦੁੱਖਾਂ ਦਾ ਕਾਰਨ ਬਣ ਜਾਵੇ। ਪੜ੍ਹਾਈ ਦੇ ਨਾਲ ਨਾਲ ਖੇਡਾਂ ਖੇਡਣੀਆਂ ਅਤਿ ਜ਼ਰੂਰੀ ਹਨ। ਇਹ ਆਪਾਂ ਨੂੰ ਸਭ ਨੂੰ ਪਤਾ ਹੈ ਕਿ ਪੜ੍ਹਾਈ ਦੇ ਨਾਲ ਨਾਲ ਖੇਡਣਾ ਵੀ ਬਹੁਤ ਜ਼ਰੂਰੀ ਹੈ। ਇਹ ਸਾਡੇ ਸਰੀਰ ਨੂੰ ਸਰੀਰਕ ਤੌਰ 'ਤੇ
ਸਰੀਰਕ ਅਤੇ ਆਤਮਿਕ ਤੌਰ ਦੋਵਾਂ ਤਰ੍ਹਾਂ ਨਾਲ ਸਹਾਈ ਹੁੰਦੀ ਹੈ। ਮਤਲਬ ਸਾਨੂੰ ਸਰੀਰਕ ਤੌਰ ਦੇ ਉੱਤੇ ਤਾਂ ਖੇਡਾਂ ਤੰਦਰੁਸਤ ਰੱਖਦੀਆਂ ਨੇ, ਨਾਲੇ ਸਾਨੂੰ ਜੋ ਆਤਮਿਕ ਮਤਲਬ ਸਾਨੂੰ ਦਿਮਾਗੀ ਤੌਰ ਦੇ ਉੱਤੇ, ਅੰਦਰੂਨੀ ਤੌਰ ਦੇ ਉੱਤੇ ਵੀ ਸਾਨੂੰ ਤੰਦਰੁਸਤ ਰੱਖਦੀਆਂ ਹਨ, ਸਹਾਈ ਹੁੰਦੀਆਂ ਹਨ, ਮਤਲਬ ਮਦਦਗਾਰ ਹੁੰਦੀਆਂ ਹਨ ਖੇਡਾਂ। ਇਹਨਾਂ ਦੀ ਸਾਡੇ ਸਰੀਰ ਨੂੰ ਉਸੇ ਪ੍ਰਕਾਰ ਜ਼ਰੂਰਤ ਹੈ ਜਿਵੇਂ ਖੁਰਾਕ, ਹਵਾ ਅਤੇ ਪਾਣੀ ਦੀ। ਮਤਲਬ ਜਿਵੇਂ ਸਾਨੂੰ ਜਿਉਂਦੇ ਰਹਿਣ ਦੇ ਲਈ ਰੋਟੀ ਦੀ ਜ਼ਰੂਰਤ ਹੈ, ਹਵਾ ਦੀ, ਪਾਣੀ ਦੀ, ਅਨਾਜ ਦੀ, ਇਸ ਤਰ੍ਹਾਂ ਜ਼ਰੂਰਤ ਹੈ, ਉਸੇ ਤਰ੍ਹਾਂ ਖੇਡਾਂ ਵੀ ਸਾਡੇ ਲਈ ਉਨਾ ਹੀ ਜ਼ਰੂਰੀ ਹਨ ਕਿ ਸਾਡੇ ਸਰੀਰ ਨੂੰ ਉਹ ਤੰਦਰੁਸਤ ਰੱਖ ਸਕਣ। ਜਿੱਥੇ ਸਰੀਰ ਨੂੰ ਤੰਦਰੁਸਤ ਰੱਖਣ ਲਈ ਇੱਕ ਸੰਤੁਲਿਤ ਖੁਰਾਕ ਆਪਣਾ ਹਿੱਸਾ ਪਾਉਂਦੀ ਹੈ, ਉੱਥੇ ਖੇਡਾਂ ਵੀ ਸਰੀਰ ਨੂੰ ਰੁਸ਼ਟ-ਪੁਸ਼ਟ ਬਣਾਉਂਦੀਆਂ ਹਨ। ਮਤਲਬ ਜਦੋਂ ਅਸੀਂ ਇੱਕ ਤੰਦਰੁਸਤ ਮਤਲਬ ਇੱਕ ਸਿਹਤਮੰਦ ਸਰੀਰ ਦੀ ਗੱਲ ਕਰੀਏ ਤਾਂ ਉਹ ਆਪਣੇ ਖੁਰਾਕ ਦੇ ਨਾਲ ਸਾਨੂੰ ਮਿਲਦੀ ਹੈ, ਸਿਹਤਮੰਦ ਸਰੀਰ ਜੋ ਹੈ। ਪਰ ਜੋ ਖੇਡਾਂ ਹਨ ਉਹ ਸਾਡੇ ਸਰੀਰ ਨੂੰ ਹੋਰ ਵੀ ਤਗੜਾ ਮਤਲਬ ਹੋਰ ਵੀ ਸਿਹਤਮੰਦ ਬਣਾਉਂਦੀਆਂ ਹਨ। ਇਹ ਸਾਡੇ ਦਿਨ ਭਰ ਦੇ ਦਿਮਾਗੀ ਅਤੇ ਸਰੀਰਕ ਦੋਵੇਂ ਤਰ੍ਹਾਂ ਦੇ ਜੋ ਥਕੇਵੇਂ ਹਨ ਉਹਨਾਂ ਨੂੰ ਦੂਰ ਕਰਦੀਆਂ ਹਨ ਅਤੇ ਸਰੀਰ ਵਿੱਚ ਤੰਦਰੁਸਤੀ ਅਤੇ ਫੁਰਤੀ ਪੈਦਾ ਕਰਦੀਆਂ ਹਨ। ਖੇਡਾਂ ਕੌਮਾਂ ਦੀ ਉੱਨਤੀ ਵਿੱਚ ਵੀ ਆਪਣਾ ਭਰਪੂਰ ਯੋਗਦਾਨ ਪਾਉਂਦੀਆਂ ਹਨ। ਯੋਗਦਾਨ ਪਾਉਣਾ ਮਤਲਬ ਆਪਣਾ ਹਿੱਸਾ ਪਾਉਂਦੀਆਂ ਹਨ। ਅਤੇ ਉੱਨਤ ਦੇਸ਼ਾਂ ਵਿੱਚ ਖੇਡਾਂ ਸਿਰਫ ਨੌਜਵਾਨਾਂ ਲਈ ਹੀ ਨਹੀਂ ਸਗੋਂ ਵਡੇਰੀ ਉਮਰ ਦੇ ਬੰਦਿਆਂ ਲਈ ਵੀ ਹਨ। ਮਤਲਬ ਜੋ ਆਪਣਾ ਉਹ ਵੱਡਾ ਭਰਾ ਹੈ ਉਹ ਆਪਣੇ ਛੋਟੇ ਭਰਾ ਨੂੰ ਸਮਝਾ ਰਿਹਾ ਹੈ ਕਿ ਖੇਡਣਾ ਕਿੰਨਾ ਜ਼ਰੂਰੀ ਹੈ, ਕਿਉਂਕਿ ਇਹ ਸਿਰਫ ਛੋਟੇ ਬੱਚਿਆਂ ਲਈ ਜਾਂ ਨੌਜਵਾਨਾਂ ਲਈ ਹੀ ਜ਼ਰੂਰੀ ਨਹੀਂ ਹੈਗੀਆਂ ਖੇਡਾਂ। ਇਹ ਜੋ ਉੱਨਤ ਦੇਸ਼ ਹਨ ਮਤਲਬ ਜੋ ਡਿਵੈਲਪਡ ਕੰਟਰੀਆਂ ਹਨ ਉਹਨਾਂ ਦੇ ਵਿੱਚ ਜੋ ਵੱਡੇ ਉਮਰ ਦੇ ਲੋਕ ਹੁੰਦੇ ਹਨ, ਮਤਲਬ ਬਜ਼ੁਰਗ ਵੀ ਹੁੰਦੇ ਨੇ, ਵੱਡੇ ਵੀ ਹੁੰਦੇ ਨੇ, ਉਹਨਾਂ ਲਈ ਵੀ ਖੇਡਾਂ ਬਣੀਆਂ ਹੋਈਆਂ ਹਨ। ਮਤਲਬ ਹਰ ਏਜ ਦੇ ਅਕੋਰਡਿੰਗ ਅਲੱਗ-ਅਲੱਗ ਖੇਡਾਂ ਬਣੀਆਂ ਹੋਈਆਂ ਹਨ। ਕਹਿੰਦੇ ਉਹ ਉੱਨਤ ਦੇਸ਼ਾਂ ਦੇ ਵਿੱਚ, ਇਹਨਾਂ ਦੇਸ਼ਾਂ ਵਿੱਚ ਖੇਡਾਂ ਨੂੰ ਉੱਨਤ ਕਰਨ ਲਈ ਵੱਖ-ਵੱਖ ਕਲੱਬਾਂ ਵੀ ਬਣੀਆਂ ਹੋਈਆਂ ਹਨ। ਮਤਲਬ ਅਲੱਗ-ਅਲੱਗ ਤਰ੍ਹਾਂ ਦੇ ਉਮਰ ਦੇ ਅਨੁਸਾਰ ਕਲੱਬ ਬਣੇ ਹੋਏ ਹਨ ਜਿੱਥੇ ਲੋਕ ਜਾ ਕੇ ਖੇਡਦੇ ਹਨ। ਅੱਗੇ ਉਹ ਕੀ ਲਿਖਦਾ ਹੈ ਕਿ ਨੈਪੋਲੀਅਨ ਆਪਣੀ ਜਿੱਤ ਦਾ ਰਾਜ਼ ਦੱਸਦਿਆਂ ਇੱਕ ਜਗ੍ਹਾ ਲਿਖਦਾ ਹੈ ਕਿ ਉਸਨੇ ਵਾਟਰਲੂ ਜਿਹੀਆਂ ਲੜਾਈਆਂ ਖੇਡਾਂ ਦੇ ਮੈਦਾਨ ਵਿੱਚ ਖੇਡ ਕੇ ਹੀ ਫਤਿਹ ਕੀਤੀਆਂ ਹਨ। ਮਤਲਬ ਜੋ ਨੈਪੋਲੀਅਨ ਰਾਜਾ ਸੀ ਉਹ ਵੀ ਆਪਣੀ ਸਿਹਤ ਦਾ ਰਾਜ ਮਤਲਬ ਆਪਣੇ ਜਿੱਤਾਂ ਦਾ ਰਾਜ ਦੱਸਦਾ ਹੈ ਕਿ ਜੋ ਉਸਨੇ ਲੜਾਈਆਂ ਲੜੀਆਂ ਉਹਨਾਂ ਦੇ ਵਿੱਚ ਜੋ ਫਤਿਹ ਪ੍ਰਾਪਤ ਕੀਤੀ ਮਤਲਬ ਜਿੱਤ ਪ੍ਰਾਪਤ ਕੀਤੀ ਹੈ ਉਹ ਉਸਨੇ ਖੇਡਾਂ ਦੇ ਮੈਦਾਨ ਦੇ ਵਿੱਚ ਖੇਡਾਂ ਖੇਡ ਕੇ ਹੀ ਕੀਤੀ ਹੈ, ਕਿਉਂਕਿ ਉਹ ਇੱਕ ਤੰਦਰੁਸਤ ਰਾਜਾ ਸੀ, ਉਹ ਇੱਕ ਸਿਹਤਮੰਦ ਰਾਜਾ ਸੀ। ਇਸ ਕਰਕੇ ਉਸਨੇ ਜਿੱਤਾਂ ਪ੍ਰਾਪਤ ਕੀਤੀਆਂ, ਕਿਉਂਕਿ ਖੇਡਾਂ ਖੇਡਣ ਨਾਲ ਸਰੀਰ ਤਾਂ ਮਜ਼ਬੂਤ ਹੁੰਦੇ ਹੀ ਹਨ, ਨਾਲ ਜਿੱਤਾਂ ਪ੍ਰਾਪਤ ਕਰਨ ਵਰਗੀ ਆਤਮ ਸ਼ਕਤੀ ਵੀ ਪੈਦਾ ਹੁੰਦੀ ਹੈ। ਮਤਲਬ ਜੋ ਖੇਡਾਂ ਹਨ ਸਿਰਫ ਸਾਨੂੰ ਸਰੀਰਕ ਤੌਰ ਦੇ ਉੱਤੇ ਹੀ ਨਹੀਂ ਮਜ਼ਬੂਤ ਬਣਾਉਂਦੀਆਂ, ਸਗੋਂ ਸਾਨੂੰ ਆਤਮਿਕ ਸ਼ਕਤੀ ਜਾਂ ਆਪਾਂ ਇਹ ਕਹਿ ਲਈਏ ਕਿ ਜੋ ਲੜਾਈਆਂ ਦੇ ਵਿੱਚ ਸ਼ਕਤੀ ਹੈ ਉਹ ਵੀ ਪ੍ਰਾਪਤ ਕਰਨ ਦੇ ਵਿੱਚ ਸਹਾਈ ਸਿੱਧ ਹੁੰਦੀਆਂ ਹਨ। ਇਸ ਤਰ੍ਹਾਂ ਅੱਜ ਆਪਾਂ ਇਸ ਪਾਠ ਦਾ ਅੱਧਾ ਹਿੱਸਾ ਕਰਾਂਗੇ, ਅੱਧਾ ਹਿੱਸਾ ਆਪਾਂ ਬਾਕੀ ਕੱਲ੍ਹ ਨੂੰ ਕਰਾਂਗੇ। ਧੰਨਵਾਦ।